So day 2 of my video an incident. Okay, so this is an incident I'm sharing ਕਿਉਂਕਿ ਇਹ ਖਾਸ ਉਹਨਾਂ ਦੀ ਕਰਕੇ ਆ ਜਿਹੜੇ ਲੋਕੀ ਨਾ ਨਵੇਂ ਆਪਦੀ ਫੈਮਿਲੀ ਤੋਂ ਬਾਹਰ ਮੂਵ ਹੋਣ ਲੱਗਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਬਾਹਰੀ ਦੁਨੀਆ ਕਿੱਦਾਂ ਦੀ ਆ, ਜੰਗਲ ਆ, ਘਰੇ ਆਪਾਂ ਸਵਰਗਾਂ 'ਚ ਰਹਿੰਦੇ ਆ ਤੇ ਬਾਹਰ ਜਾ ਕੇ ਆਪਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਬਹੁਤ ਜ਼ਿਆਦਾ ਇਟਸ a lot of things you need to suffer from. ਪਰ ਹਾਂ ਹਰੇਕ ਚੀਜ਼ ਦੇ ਪੋਜ਼ੀਟਿਵ ਤੇ ਨੈਗੇਟਿਵ ਪੁਆਇੰਟਸ ਦੋਵੇਂ ਹੁੰਦੇ ਆ, ਰਾਈਟ? ਸੋ ਮੇਰੇ ਕੋਲੇ ਪੋਜ਼ੀਟਿਵ ਵੀ ਬਹੁਤ ਆ ਤੇ ਨੈਗੇਟਿਵ ਵੀ ਬਹੁਤ ਆ, ਪਰ ਨੈਗੇਟਿਵ ਥੋੜ੍ਹੇ ਜਿਹੇ ਵਰਸਟ ਹੁੰਦੇ ਆ ਬਹੁਤ ਹੀ ਜ਼ਿਆਦਾ, ਹੈ ਨਾ? ਤੇ ਆਪਾਂ ਇਮੋਸ਼ਨਲੀ ਵੀ ਬਹੁਤ ਸਫਰ ਕਰਦੇ ਆ ਉਦੋਂ ਬਾਅਦ। ਤੇ ਕੀ ਹੋਇਆ ਸੀਗਾ, moved out of my house ਜਦੋਂ ਮੈਂ ਕੈਨੇਡਾ ਆਈ ਸੀ। ਮੈਂ ਉਹਦੇ ਭੂਆ ਜੀ ਤੇ ਫੁੱਫੜ ਜੀ ਨਾਲ ਰਹਿੰਦੀ ਸੀਗੀ ਐਂਡ yeah I have 2 cousins, my sisters, ਤੇ ਅਸੀਂ ਬਹੁਤ ਹੈਪੀ ਫੈਮਿਲੀ ਆ। we still meet and we lived together for 3 years and they took care of me and yeah, they helped me a lot in everything, है ना? They're so helpful and I'm so grateful to have these kind of relatives. Obviously ਇੱਥੇ ਬਹੁਤ ਤੁਹਾਨੂੰ ਬਹੁਤ ਤਰ੍ਹਾਂ ਦੇ ਲੋਕ, ਰੰਗਲੀ ਦੁਨੀਆ, ਹੈ ਨਾ? ਬਹੁਤ ਤਰ੍ਹਾਂ ਦੇ ਲੋਕ ਦੇਖਣ ਨੂੰ ਮਿਲਦੇ ਆ। ਸੋ ਮੈਨੂੰ ਵਧੀਆ ਰੂਫ ਮਿਲੀ ਜਦੋਂ ਮੈਂ ਆਈ, ਹੈ ਨਾ, ਇੱਥੇ। ਤੇ I didn't really have to suffer a lot in the beginning, ਹੈ ਨਾ? ਬਾਅਦ ਚੋਂ ਮੈਨੂੰ ਪਤਾ ਲੱਗ ਗਿਆ ਸੀ ਆਸੇ ਪਾਸੇ ਦਾ, ਜਨਾ ਵਾਸ ਗੁੱਡ, ਹੈ ਨਾ? ਤੇ ਕਿਉਂਕਿ ਮੈਂ ਇੰਡੀਆ ਤੋਂ ਬਹੁਤ ਅਣਜਾਣ ਸੀ, ਕਿਉਂਕਿ obviously ਤੁਹਾਨੂੰ ਪਤਾ ਉੱਥੇ ਦਾ ਕਿੱਦਾਂ ਹੁੰਦਾ, ਹੈ ਨਾ? ਤੇ ਸੋ ਇੱਥੇ ਆ ਕੇ ਟੋਟਲੀ ਆਪੋਜ਼ਿਟ ਚੀਜ਼ਾਂ ਨੂੰ ਆਪਾਂ ਨੂੰ ਫੇਸ ਕਰਨਾ ਪੈ ਜਾਂਦਾ। ਪਰ ਹਾਂ ਮੈਂ ਇੰਡੀਆ ਵੀ ਮਤਲਬ ਬਾਹਰ ਅੰਦਰ ਜਾਂਦੀ ਰਹਿੰਦੀ ਸੀ ਇਕੱਲੀ, ਸੋ ਇਟ ਵਾਸ ਨੋਟ ਰੀਅਲੀ ਡਿਫਿਕਲਟ ਫਾਰ ਮੀ ਟੂ ਟਰੈਵਲ। ਮੈਨੂੰ ਟਰੈਵਲ ਕਰਨ 'ਚ ਨਹੀਂ ਕੋਈ ਪ੍ਰੋਬਲਮ ਹੁੰਦੀ ਸੀ, ਹੈ ਨਾ? ਅਤੇ ਮੈਂ ਵਧੀਆ, ਇਟ ਵਾਸ ਗੁੱਡ, ਹੈ ਨਾ? ਮਤਲਬ ਮੈਂ ਬਹੁਤ ਕੁਛ ਸਿੱਖਿਆ, ਹੈ ਨਾ? ਐਂਡ ਆਈ ਐਮ ਸੋ ਹੈਪੀ ਵਿਦ ਦ ਐਕਸਪੀਰੀਅੰਸਿਸ ਆਈ ਗੋਟ। ਭਾਵੇਂ ਉਹ ਚੰਗੇ ਸੀ ਭਾਵੇਂ ਮਾੜੀ ਸੀਗੀ, ਵਧੀਆ ਮੈਨੂੰ ਐਕਸਪੀਰੀਅੰਸ ਤਾਂ ਮਿਲਿਆ ਨਾ। ਆਪਾਂ ਜ਼ਿੰਦਗੀ 'ਚ ਸਿੱਖਦੇ ਹੀ ਹਾਂ, ਕਦੇ ਹਾਰਦੇ ਨਹੀਂ ਹੁੰਦੇ ਹੈਗੇ। ਸੋ ਉਹ ਟਾਈਮ ਸੀਗਾ ਦਸੰਬਰ ਦਾ 2024 ਦਾ, ਅਤੇ ਇਹ ਉਦੋਂ ਹੋਇਆ ਸੀ ਮੇਰੇ ਨਾਲ। ਅਤੇ ਮੈਂ ਕੈਪਸ਼ਨ 'ਚ ਕੀ ਹੁੰਦਾ, ਉਹ ਜਿਹੜਾ ਟਾਈਟਲ ਆ ਮੈਂ ਟਾਈਮ ਰੱਖਦੀ ਹੁੰਦੀ ਅਸਲ 'ਚ। ਅਤੇ ਅਸੀਂ ਨਾ ਮੂਵ ਹੋਏ, ਮੈਨੂੰ ਹਾਸੀਆਂ ਨਹੀਂ ਆਉਂਦੀਆਂ, ਹੈ ਨਾ? ਅਸੀਂ ਨਾ ਮੂਵ ਹੋਏ, ਮੈਂ ਅਤੇ ਮੇਰਾ ਭਰਾ ਸੀਗਾ, ਉਹ ਮੇਰੇ ਤੋਂ ਛੋਟਾ ਵਾ। ਦੈਨ ਵੀ ਮੂਵਡ ਆਊਟ ਆਫ ਦਾ ਹਾਊਸ, ਅਤੇ ਇਨ ਦਸੰਬਰ ਇਟ ਵਾਜ਼ ਵਿੰਟਰ, ਮਤਲਬ ਤੁਹਾਨੂੰ ਪਤਾ ਵਿਨੀਪੈਗ ਦਾ ਕੀ ਹਾਲ ਹੁੰਦਾ, ਹੈ ਨਾ? ਵਿੰਟਰ ਦਸੰਬਰ 'ਚ ਵਿੰਟਰ 'ਚ, ਹੈ ਨਾ? ਅਤੇ ਭਾਈ ਉਹ ਮੈਨੂੰ ਇੰਡੀਆ ਤੋਂ ਜਾਣਦੇ ਸੀਗੇ, ਕੁੜੀ ਜਾਣਦੀ ਸੀਗੀ ਮੈਨੂੰ, ਐਂਡ ਸ਼ੀ ਗੋਟ ਮੈਰਿਡ ਐਂਡ ਸ਼ੀ ਹੈਡ ਹਸਬੈਂਡ ਓਬਵੀਅਸਲੀ ਉਹਦੇ ਪ੍ਰਾਹੁਣਾ ਤਾਂ ਹੋਊਗਾ ਹੀ, ਹੁਣ ਵਿਆਹ ਕਰਾਇਆ ਤਾਂ ਉਹਨੇ ਲੋਕ ਵੀ ਨਹੀਂ ਹੈ। ਓਕੇ, ਸੋ ਫਿਰ ਕੀ ਹੋਇਆ, ਉਹਦਾ ਹਸਬੈਂਡ ਬੜਾ ਨਾਈਸ ਸੀਗਾ, ਹੀ ਵਾਜ਼ ਰੀਅਲੀ ਗੁੱਡ, ਹੈ ਨਾ? ਉਹਨੇ ਮੇਰੀ ਬੜੀ ਰਿਸਪੈਕਟ ਕੀਤੀ। ਸੋ ਉਹਨੇ ਉੱਚੀ ਆਵਾਜ਼ 'ਚ ਨਹੀਂ ਗੱਲ ਕੀਤੀ ਕਦੇ ਮੇਰੇ ਨਾਲ, ਅਤੇ ਮੈਨੂੰ ਉਹ ਬੰਦੇ ਬੜੇ ਚੰਗੇ ਲੱਗਦੇ ਜਿਹੜੇ ਆਪਦੀ ਆਵਾਜ਼ ਕੁੜੀਆਂ ਸਾਹਮਣੇ ਉੱਚੀ ਨਹੀਂ ਕਰਦੇ ਹੈਗੀ। ਆਈ ਰੀਅਲੀ ਰਿਸਪੈਕਟ ਦੋਜ਼ ਗਾਇਜ਼। ਪਤਾ ਬੰਦੇ ਕਦੇ ਵੀ ਆਪਦੀ ਬਹਾਦਰੀ ਸ਼ੋਅ ਨਹੀਂ ਕਰ ਸਕਦੇ ਹੁੰਦੇ ਬੁੜੀਆਂ ਅੱਗੇ ਆਪਦੀ ਆਵਾਜ਼ ਉੱਚੀ ਕਰਕੇ। ਉਹ ਆਪਦੀ ਬਹਾਦਰੀ ਉਵੇਂ ਸ਼ੋਅ ਕਰ ਸਕਦੀ ਬੁੜੀਆਂ ਮੂਹਰੇ ਆਵਾਜ਼ ਨੀਵੀਂ ਕਰਕੇ, ਅਤੇ ਆਪਦੇ ਬਰੋਬਰ ਦੇ ਬੰਦਿਆਂ ਨਾਲ ਆਵਾਜ਼ ਉੱਚੀ ਕਰਕੇ ਗੱਲ ਕਰਨ ਦਾ। ਸੋ ਆਈ ਰੀਅਲੀ ਰਿਸਪੈਕਟ ਦੈਟ ਗਾਈ ਅ ਲੋਟ, ਬਟ ਨਾਟ ਦ ਕੁੜੀ, ਬਿਕਾਜ਼ ਜਦੋਂ ਮੈਂ ਮੂਵ ਹੋਣਾ ਸੀ ਉਦੋਂ ਮੈਨੂੰ ਕੋਈ ਹੋਰ ਇਨਫੋਰਮੇਸ਼ਨ ਮਿਲੀ ਸੀ, ਰਾਈਟ? ਦੈਨ ਆਈ ਟਰਸਟਡ, ਦੈਟਸ ਦ ਮੇਨ ਥਿੰਗ ਜਿਹੜੀ ਮੈਨੂੰ ਲੱਗਦੀ ਹੈ ਕਿ ਮੇਰੇ 'ਚ ਬਹੁਤ ਮਾੜੀ ਹੈ, ਕਿ ਮੈਂ ਯਕੀਨ ਕਰ ਲੈਂਦੀ ਹਾਂ, ਹੈ ਨਾ? ਅਤੇ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਆਪਾਂ ਨੂੰ। ਮੈਂ ਲੈਸਨ ਬਹੁਤ ਦਿੰਦੀ ਹਾਂ ਪਰ ਆਪ ਫਿਰ ਮੇਰੇ ਤੋਂ ਹੋ ਜਾਂਦਾ, ਹੈ ਨਾ? ਅਤੇ ਵੀ ਆਰ ਹਿਊਮਨ ਬੀਇੰਗ, ਪਤਾ ਆਪਾਂ ਨਹੀਂ ਕਰ ਸਕਦੇ ਹੁੰਦੇ, ਆਪਾਂ ਕਹਿ ਸਕਦੇ ਹੁੰਦੇ ਅਗਲੇ ਬੰਦੇ ਨੂੰ, ਪਰ ਕਈ ਵਾਰੀ ਆਪਣਾ ਆਪਦੀਆਂ ਚੀਜ਼ਾਂ 'ਤੇ ਕੰਟਰੋਲ ਬਹੁਤ ਘੱਟ ਹੁੰਦਾ, ਹੈ ਨਾ? ਸੋ ਪਰ ਹਾਂ ਮੈਂ ਟਰਾਈ ਬਹੁਤ ਕਰਦੀ ਹੁੰਦੀ ਹਾਂ। ਨਾਓ ਆਈ ਐਮ ਲਾਈਕ ਰੀਅਲੀ ਵਰਕਿੰਗ ਔਨ ਦ ਥਿੰਗਸ ਆਈ ਨੀਡ ਟੂ, ਹੈ ਨਾ? ਅਤੇ ਫਿਰ ਕੀ ਹੋਇਆ, ਮੈਂ ਉਹਦੇ 'ਤੇ ਯਕੀਨ ਕਰ ਲਿਆ। ਦੈਨ ਆਈ ਮੂਵਡ। ਫਿਰ ਅਸੀਂ 15 ਦਿਨ ਤਾਂ ਲਿਵਿੰਗ ਏਰੀਆ 'ਚ ਰਹੇ, ਐਂਡ ਦੈਨ ਦੇ ਟ੍ਰੀਟਡ ਅਸ ਗੁੱਡ। ਅਤੇ ਜਦੋਂ ਅਸੀਂ ਮਤਲਬ ਵਧੀਆ ਸੀਗੇ, ਫਿਰ ਨਾ ਮੇਰਾ ਭਰਾ, ਜਦੋਂ ਤਾਂ ਅਸੀਂ ਓਬਵੀਅਸਲੀ, ਹੈ ਨਾ, ਜਦੋਂ ਆਪਾਂ ਕੀ ਕਹਿੰਦੇ ਹੁੰਦੇ ਆ, ਜਦੋਂ ਆਪਾਂ ਨਵੇਂ ਮਿਲਦੇ ਹਾਂ ਆਪਦੇ ਜਾਣਨ ਵਾਲੇ ਬੰਦੇ ਨੂੰ, ਉਹ ਤਾਂ ਆਪਾਂ ਨੂੰ ਵਧੀਆ ਟਰੀਟ ਕਰਦਾ ਹੁੰਦਾ ਅਗਲਾ, ਫਿਰ ਹੌਲੀ ਹੌਲੀ ਰੰਗ ਉੱਭਰਦੇ ਹੁੰਦੇ ਆ ਨਾ ਉਹਨਾਂ ਦੇ ਬਾਹਰ। ਅਤੇ ਦੈਨ ਨਾ ਮੇਰਾ ਭਰਾ ਦਾ ਪਲਾਨ ਬਣ ਗਿਆ, ਉਹਨੇ ਵੈਂਕੂਵਰ ਜਾਣਾ ਸੀ। ਦੈਨ ਹੀ ਵੈਂਟ ਟੂ ਦੀ ਵੈਂਕੂਵਰ ਐਂਡ ਆਈ ਵਾਜ਼ ਅਲੋਨ ਦੇਅਰ। ਅਤੇ ਮੈਨੂੰ ਵਰਥ ਇਟ ਨਹੀਂ ਲੱਗਿਆ ਅਸਲ 'ਚ। ਉਹ ਕਹਿੰਦੇ ਕਿ ਆਪਾਂ 2 ਬੈਡਰੂਮ ਅਪਾਰਟਮੈਂਟ 'ਚ ਨਾ ਮੂਵ ਹੋ ਜਾਵਾਂਗੇ। ਦੈਨ ਕਿਉਂਕਿ ਮੈਨੂੰ ਪਹਿਲਾਂ ਹੀ ਮਤਲਬ ਮੈਨੂੰ ਆਏ ਸੀ ਕਿ 2 ਬੈਡਰੂਮ ਅਪਾਰਟਮੈਂਟ ਵਿੱਚ ਸੈਪਰੇਟ ਵਾਸ਼ਰੂਮ ਹੋਊਗਾ ਅਤੇ ਸੈਪਰੇਟ ਰੂਮ ਹੋਊਗਾ, ਹੈ ਨਾ? ਪਰ ਉੱਥੇ ਵਾਸ਼ਰੂਮ ਸ਼ੇਅਰਿੰਗ 'ਚ ਸੀ, ਪਰ ਮੈਨੂੰ ਪਹਿਲਾਂ ਦੱਸਿਆ ਗਿਆ ਸੀਗਾ ਕਿ ਵਾਸ਼ਰੂਮ ਵੀ ਅੱਡ ਆ ਅਤੇ ਸਾਰਾ ਕੁਛ ਅੱਡ ਆ, ਸੈਪਰੇਟ, ਹੈ ਨਾ? ਐਂਡ ਆਈ ਵਾਜ਼ ਲਾਈਕ ਓਕੇ ਠੀਕ ਆ, ਹੈ ਨਾ? ਆਈ ਵਾਜ਼ ਗੁੱਡ, ਕਿਉਂਕਿ obviously ਹੁਣ ਪ੍ਰਾਈਵੇਸੀ ਇਜ਼ ਸਮਥਿੰਗ, ਜੇ ਮੈਂ ਤੁਹਾਨੂੰ ਪੈਸੇ ਪੇ ਕਰਦੀ ਪਈ ਹਾਂ ਤਾਂ ਮੈਨੂੰ ਮੇਰੀ ਪ੍ਰਾਈਵੇਸੀ ਚਾਹੀਦੀ ਆ। ਆਈ ਨੀਡ ਪ੍ਰਾਈਵੇਸੀ, ਮੈਂ ਇੱਦਾਂ ਦੀ ਹੋਈ ਹਾਂ, ਹੈ ਨਾ? ਅਤੇ ਮੈਨੂੰ ਲੱਗਦਾ ਹੁੰਦਾ ਕਿ ਬੰਦੇ ਦੀ ਪਰਸਨਲ ਸਪੇਸ ਹੋਣੀ ਉਹਦੇ ਕੋਲ ਬਹੁਤ ਜ਼ਰੂਰੀ ਆ, ਹੈ ਨਾ? ਅਤੇ
ਕੀ ਹੋਇਆ ਸੀ ਜਦੋਂ ਅਸੀਂ ਮੂਵ ਹੋਏ ਹੈ ਨਾ, ਅਤੇ $700 ਰੈਂਟ ਫੋਰ ਅ ਰੂਮ ਵਿਦ ਸ਼ੇਅਰਿੰਗ ਵਾਸ਼ਰੂਮ, ਅਤੇ ਮੈਨੂੰ ਉਹ ਵਰਥ ਇਟ ਲੱਗਿਆ ਨਹੀਂ। ਅਤੇ ਉਹ ਥਾਂ ਵੀ ਬੜੀ ਜ਼ਿਆਦਾ ਉਹ ਸੀਗੀ, ਉਹ ਅਪਾਰਟਮੈਂਟਸ 'ਚੋਂ ਵੀ ਬੜੀ ਵੀਟ ਦੀ ਸਮੈਲ ਆਉਂਦੀ ਸੀ, ਅਤੇ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹਾਂ, ਅਤੇ ਮੈਨੂੰ ਇਹ ਚੀਜ਼ਾਂ ਨਾਲ ਨਾ ਬੜੀ ਨੈਗੇਟਿਵ ਜੀ ਵਾਈਬ ਆਉਂਦੀ ਆ, ਅਤੇ ਮੇਰਾ ਜੀਅ ਲੱਗਣੋਂ ਹਟ ਜਾਂਦਾ, ਮੈਂ ਬੜੀ ਰੈਸਟਲੈਸ ਹੋ ਜਾਂਦੀ ਹਾਂ। ਅਤੇ ਨਾ ਓਕੇ, ਮੈਂ ਥੋੜ੍ਹਾ ਜਿਹਾ ਟਾਈਮ ਕੱਢਿਆ ਜਿੰਨਾ ਵੀ ਹੈਗਾ ਸੀ ਮੇਰਾ ਉੱਥੇ ਹੈ ਨਾ, ਅਤੇ ਫਿਰ ਨਾ ਐਟ ਅ ਪੁਆਇੰਟ ਮੈਨੂੰ ਐਂ ਹੋ ਜਾਂਦਾ, ਮੈਂ ਤਾਂ ਸਫੋਕੇਟ ਹੋਣ ਲੱਗ ਗਈ ਹੈ ਨਾ। ਅਤੇ ਫਿਰ ਉਹ ਮੈਨੂੰ ਐਂ ਕਰੀ ਜਾਇਆ ਕਰਨ ਕਿ ਤੂੰ ਬੋਲਦੀ ਸੀਗੀ, ਆਵਾਜ਼ ਆਉਂਦੀ ਸੀਗੀ, ਬਲਾ ਬਲਾ, ਮੈਂ ਕੱਲੀ ਬੋਲੀ ਜਾਂਦੀ ਹਾਂ, ਮੈਂ ਕੰਧਾਂ ਨਾਲ ਗੱਲਾਂ ਕਰੀ ਆਰ ਯੂ ਫਕਿੰਗ ਕ੍ਰੇਜ਼ੀ, ਮੈਂ ਕੱਲੀ ਬੋਲੀ ਜਾਂਦੀ ਹਾਂ, ਮੈਂ ਕੰਧਾਂ ਨਾਲ ਗੱਲਾਂ ਕਰਦੀ ਹਾਂ। ਦੈਨ ਆਈ ਵਾਜ਼ ਲਾਈਕ ਨਹੀਂ ਦੀਦੀ, ਮੈਂ ਤਾਂ ਗੱਲ ਆਵਾਜ਼ਾਂ ਨਹੀਂ ਮੈਂ ਕਰੀਆਂ ਕੋਈ ਹੈ ਨਾ, ਮਤਲਬ ਕੀ ਵਾਈਟ ਹੈ ਨਾ। ਅਤੇ ਮੈਨੂੰ ਮਤਲਬ ਕਈ ਵਾਰੀ ਨਾ ਮੇਰੇ ਕੋਲ ਵਰਡਸ ਹੀ ਮੁੱਕ ਜਾਂਦੇ ਆ ਲੋਕਾਂ ਦੀ, ਜਿਹੜਾ ਆਹ ਸਵਾਲ ਜਿਹੜੇ ਪਾਉਂਦੇ ਆ ਆਪਾਂ ਨੂੰ, ਮੇਰੇ ਕੋਲ ਲਫ਼ਜ਼ ਨਹੀਂ ਹੁੰਦੇ ਕੋਈ ਇਹਨਾਂ ਦੀ ਬੇਇੱਜ਼ਤੀ ਕਰਨ ਦੇ ਲਈ ਵੀ ਹੈ ਨਾ। ਦੈਨ ਆਈ ਵਾਜ਼ ਲਾਈਕ ਓਕੇ ਠੀਕ ਆ, ਮੈਂ ਆਹ ਸਾਰਾ ਕੁਛ ਅਸੈਪਟ ਕਰ ਲਿਆ, ਮੈਂ ਅੰਦਰ ਖੂਹ ਪੱਟ ਲਿਆ, ਆਈ ਵਾਜ਼ ਲਾਈਕ ਸਿੱਟੀ ਚਲੋ ਜਿਹੜਾ ਕੁਛ ਸਿੱਟਣਾ ਵਿੱਚ ਅਤੇ ਇੱਦਾਂ ਹੀ ਕਰ ਸਕਦੇ ਹੁੰਦੇ ਆਪਾਂ ਓਬਵੀਅਸਲੀ ਹੈ ਨਾ, ਇਫ ਵੀ ਡੋਂਟ ਹੈਵ ਐਨੀ ਅਦਰ ਵੇ ਟੂ ਗੈਟ ਆਊਟ ਆਫ ਦ ਸਿਚੁਏਸ਼ਨ ਹੈ ਨਾ। ਫਿਰ ਮੈਂ ਕੀ ਕੀਤਾ ਨਾ, ਫਿਰ ਆਈ ਵਾਜ਼ ਲਾਈਕ ਨਹੀਂ ਹੁਣ ਇਹ ਤਾਂ ਬਹੁਤ ਔਖਾ ਵਾ ਹੈ ਨਾ। ਫਿਰ ਨਾ ਮੇਰਾ ਇੱਦਾਂ ਦਾ ਦਿਮਾਗ ਆ ਕਿ ਮੈਂ ਨਾ ਜੇ ਕਿਸੇ ਚੀਜ਼ ਦਾ ਸੋਲਿਊਸ਼ਨ ਕੱਢਣਾ ਨਾ, ਫਿਰ ਮੈਂ ਸੋਲਿਊਸ਼ਨ ਕੱਢਣਾ ਹੁੰਦਾ ਵਾ। ਦੈਨ ਆਮ ਲਾਈਕ ਨਹੀਂ ਹੁਣ ਮੈਨੂੰ ਇਹ ਸਿਚੁਏਸ਼ਨ 'ਚੋਂ ਨਿਕਲਣਾ ਪੈਣਾ। ਫਿਰ ਨਾ ਮੈਂ ਉਹਨੂੰ ਮੈਥਡ ਨੂੰ ਪਤਾ ਨਹੀਂ ਕੀ ਕਹਿੰਦੇ ਆ, ਅਤੇ ਉਹ ਸਾਇੰਟੀਫਿਕ ਮੈਥਡ ਆ ਕੋਈ, ਜਦੋਂ ਆਪਾਂ ਆਪਦੇ ਦਿਮਾਗ 'ਤੇ ਨਾ ਬਹੁਤ ਬੋਝ ਪਾਉਂਦੇ ਹਾਂ ਕਿ ਨਹੀਂ ਤੈਨੂੰ ਇਹ ਚੀਜ਼ ਨੂੰ ਸੋਲਵ ਕਰਨਾ ਹੀ ਪੈਣਾ ਵਾ, ਫਿਰ ਮੈਂ ਐਂ ਕਰਦੀ ਨਹੀਂ, ਫਿਰ ਮੇਰੇ ਦਿਮਾਗ ਕੋਲ ਨਾ ਕੋਈ ਆਪਸ਼ਨ ਨਹੀਂ ਬਚਦੀ, ਫਿਰ ਉਹਨੂੰ ਮੈਨੂੰ ਕੋਈ ਸੋਲਿਊਸ਼ਨ ਦੇਣਾ ਹੀ ਪੈਂਦਾ ਹੈ ਨਾ। ਅਤੇ ਨਾ ਫਿਰ ਨਾ ਹਾਂ ਮੈਂ ਐਂ ਕਰਦੀ ਹੁੰਦੀ ਹਾਂ, ਜੇ ਮੈਨੂੰ ਕੋਈ ਸਿਚੁਏਸ਼ਨ ਹੋਵੇ ਨਾ, ਮੈਂ ਸਿਚੁਏਸ਼ਨ 'ਚੋਂ ਨਿਕਲਾਂ, ਆਮ ਲਾਈਕ ਨੋ ਆਈ ਨੀਡ ਟੂ ਗੈਟ ਆਊਟ ਆਫ ਦ ਸਿਚੁਏਸ਼ਨ, ਹੁਣ ਮੈਨੂੰ ਕੁਛ ਨਾ ਕੁਛ ਸੋਚਣਾ ਪੈਣਾ, ਆਈ ਨੀਡ ਟੂ ਥਿੰਕ ਹੂ ਵਰਕ ਔਨ ਦਿਸ ਹੈ ਨਾ। ਫਿਰ ਮੈਂ ਇੱਦਾਂ ਹੀ ਹੈ ਨਾ ਸੋਚਿਆ, ਅਤੇ ਉਦੋਂ ਬਾਅਦ ਕੀ ਹੋਇਆ ਨਾ, ਮੈਂ ਇੱਦਾਂ ਸੋਚਿਆ ਅਤੇ ਫਿਰ ਮੈਂ ਸੋਲਿਊਸ਼ਨ ਲੱਭ ਲਿਆ, ਆਈ ਗੋਟ ਦ ਸੋਲਿਊਸ਼ਨ ਹੈ ਨਾ। ਮੈਂ 15 ਦਿਨ ਜਿੰਨਾ ਮੈਂ ਰੈਂਟ ਭਰਿਆ ਸੀ, ਆਈ ਵਾਜ਼ ਦੇਅਰ ਹੈ ਨਾ, ਬਲਾ ਬਲਾ ਬਲਾ, ਜਿੱਦਾਂ ਵੀ ਚੱਲ ਮੈਂ ਐਕਸਟਰਾ ਪੈਸੇ ਦੇਤੀ ਉਹਨਾਂ ਨੂੰ ਕੁਛ ਵੀ, ਕਿਉਂਕਿ ਮੈਨੂੰ ਹਾਲੇ ਮੈਂ ਬਹੁਤ ਬਿਗਨਰ ਸੀਗੀ ਹੈ ਨਾ, ਬਾਹਰ ਰਹਿਣ ਦੀ ਜ਼ਿੰਦਗੀ ਵਿੱਚ ਇਕੱਲਿਆਂ, ਅਤੇ ਮੈਨੂੰ ਆਏ ਸੀ ਵੀ ਮੈਂ ਥੋੜ੍ਹਾ ਜਿਹਾ ਹੋਰ ਮੈਨੂੰ ਜਾਣਕਾਰੀ ਮਿਲ ਜਾਏ ਨਾ ਇੱਧਰੋਂ ਉੱਧਰੋਂ, ਫਿਰ ਬਹੁਤ ਠੀਕ ਹੋ ਜਾਊਗਾ। ਫਿਰ ਨਾ ਮੈਂ ਕੀ ਕੀਤਾ ਨਾ, ਮੈਂ ਆਲੇ ਦੁਆਲੇ ਮਾੜਾ ਮੋਟਾ ਜਦੋਂ ਬਾਹਰ ਜਾਂਦੀ ਸੀ ਨਾ, ਫਿਰ ਮੈਂ ਰੂਮ ਚੈੱਕ ਕਰਕੇ ਆਉਂਦੀ ਉੱਥੇ ਜਾ ਕੇ। ਜੇ ਤੁਸੀਂ ਸੁਣ ਰਹੇ ਆ ਤਾਂ ਯੂ ਡਿਡ really wrong, ਅਤੇ ਮੈਂ ਨਹੀਂ ਕਹੂੰਗੀ ਮੈਂ ਗਲਤ ਕਰਿਆ ਕਿਸੇ ਨਾਲ, ਕਿਉਂਕਿ ਮੈਂ ਨਹੀਂ ਗਲਤ ਕਰਿਆ, ਨਹੀਂ किया मैंने गलत, हाँ ऐसे कैसे किया, ਤੇ ਹੈ ਨਾ ਆਹੋ ਨਹੀਂ ਕੀਤਾ, ਸੋਚਣਾ ਤਾਂ ਸੋਚੀ ਚਲੋ ਤੁਸੀਂ, ਪਰ ਮੈਨੂੰ ਤਾਂ ਪਤਾ ਮੈਂ ਨਹੀਂ ਕੀਤਾ ਹੈ ਨਾ। ਦੈਨ ਫਿਰ ਕੀ ਹੋਇਆ, ਕਿਉਂਕਿ ਜੇ ਤੁਸੀਂ ਕਿਸੇ ਨੂੰ ਪ੍ਰੋਪਰ ਇਨਫੋਰਮੇਸ਼ਨ ਦਓਗੇ ਨਾ, ਦੈਨ ਦਿਲ ਮੇਕ ਦ ਡਿਸੀਜ਼ਨ। ਜੇ ਤੁਸੀਂ ਆਪਦੀ ਇਨਫੋਰਮੇਸ਼ਨ ਹੀ ਗਲਤ ਦੇਣੀ ਹੈ, ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿਸੇ ਨੂੰ ਤੋਂ ਕਿ ਉਹ ਡਿਸੀਜ਼ਨ ਕਿੱਦਾਂ ਬਣਾਊਗਾ, ਰਾਈਟ, ਅਤੇ ਸਹੀ ਬਣਾਊਗਾ, ਅਤੇ ਉਦੋਂ ਬਾਅਦ ਮੁੱਕਰੂਗਾ ਨਹੀਂ। ਮੈਂ ਮੁੱਕਰ ਹੀ ਨਹੀਂ ਸੀਗੀ, ਪਰ ਹਾਂ ਜੇ ਮੈਨੂੰ ਇਨਫੋਰਮੇਸ਼ਨ ਹੀ ਗਲਤ ਮਿਲੀ ਆ, ਸੋ ਆਈ ਕੈਂਟ ਕੋਪ ਅਪ ਵਿਦ ਦੈਟ, ਅਤੇ ਮੈਂ ਕੰਪਰੋਮਾਈਜ਼ ਨਹੀਂ ਕਰਦੀ ਹੈਗੀ ਆਪਦੀਆਂ ਪ੍ਰਾਈਵੇਸੀਜ਼ ਨਾਲ ਜਾਂ ਕਿੱਦਾਂ ਵੀ ਆ ਹੈ ਨਾ। ਅਤੇ ਦੈਨ ਕੀ ਹੋਇਆ ਨਾ, ਮੈਨੂੰ ਆਏ ਹੋ ਗਿਆ ਵੀ ਹਾਏ ਵੀ ਨਹੀਂ, ਮੈਨੂੰ ਤਾਂ ਹੁਣ ਇੱਥੋਂ ਨਿਕਲਣਾ ਪੈਣਾ ਵੀ $700 ਤਾਂ ਇਟਸ ਨਾਟ ਵਰਥ ਇਟ, ਇਹ ਵਰਥ ਇਟ ਹੀ ਨਹੀਂ ਹੈਗਾ। ਮੈਂ ਕਿਉਂ ਇੰਨੇ ਪੈਸੇ ਵੇਸਟ ਕਰੀ ਜਾਂਦੀ ਹਾਂ। ਮੈਨੂੰ ਤਾਂ ਬਹੁਤ ਆਏ ਹੁੰਦਾ, ਲਾਈਕ ਆਈ ਡੋਂਟ ਲਾਈਕ ਵੇਸਟਿੰਗ ਮਨੀ। ਮੈਨੂੰ ਆਏ ਹੁੰਦਾ ਕਿ ਰਹਿਣ ਸਹਿਣ 'ਤੇ ਕਿਹੜਾ ਵੇਸਟੇਜ ਆਫ ਮਨੀ ਕਰਦਾ ਇੰਨੀ ਹੈ ਨਾ, ਜਾਂ ਯੂ ਨੀਡ ਟੂ ਬੀ ਸਮਾਰਟ ਇਨਫ ਟੂ ਜਸਟ ਇਨਵੈਸਟ ਮਨੀ ਔਨ ਦ ਥਿੰਗਸ ਯੂ ਨੀਡ ਟੂ ਹੈ ਨਾ। ਅਤੇ ਫਿਰ ਹਾਏ ਮੈਂ ਕਿੰਨੀਆਂ ਚੀਕਾਂ ਮਾਰਦੀਆਂ, ਸੌਰੀ ਅਬਾਊਟ ਦੈਟ, ਵੈਲ ਮੇਰੇ ਤੋਂ ਕੋਈ ਕੰਟਰੋਲ ਨਹੀਂ ਹੁੰਦਾ ਮੇਰੀ ਜ਼ਬਾਨ 'ਤੇ, ਮੈਨੂੰ ਪਤਾ ਨਹੀਂ ਲੱਗਦਾ ਕਦੋਂ ਮੈਂ ਉੱਚੀ ਜਾ ਵੜਨੀ ਹੈ ਅਤੇ ਕਦੋਂ ਮੈਂ ਥੱਲੇ ਆ ਜਾਣੀ, ਆਈ ਡੋਂਟ ਨੋ। ਅਤੇ ਹੈ ਨਾ ਫਿਰ ਬਾਅਦ 'ਚ ਕੀ ਹੋਇਆ ਨਾ, ਦੈਨ ਆਪਣਾ ਫਿਰ ਉਹਨਾਂ ਨੇ ਕੀ ਕੀਤਾ, ਮੈਂ ਨਾ ਉਹਨਾਂ ਨੂੰ ਕਹਿ ਤਾ, ਮੈਂ ਕਿਹਾ ਵੀ ਨਾ ਮੈਨੂੰ ਮੂਵ ਹੋਣਾ ਪੈਣਾ ਵਾ, ਵੀ ਮੇਰਾ ਭਰਾ ਜਾ ਵੜਿਆ, ਅਤੇ ਜੇ ਤਾਂ ਅਸੀਂ 2 ਜਾਣੇ ਰਹਿੰਦੇ ਹੋਈਏ ਤਾਂ ਵੀ ਮੈਂ ਮੰਨਾ ਕਿ ਓਕੇ 700 ਇਜ਼ ਗੁੱਡ ਹੈ ਨਾ। ਜਿਹੜੇ ਲੋਕ ਨਾ $700 ਲੈ ਕੇ ਦੇ ਕੇ ਰਹਿੰਦੇ ਆ, ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਵਰਥ ਇਟ ਚੀਜ਼ਾਂ ਵਾ, ਨਾ ਤੁਹਾਨੂੰ ਕੋਈ ਪੀਸ ਆਫ ਮਾਈਂਡ ਮਿਲਦਾ ਵਾ, ਨਾ ਤੁਹਾਨੂੰ ਕੋਈ ਪ੍ਰਾਈਵੇਸੀ ਮਿਲਦੀ ਆ, ਉੱਥੋਂ ਤੁਸੀਂ ਅਗਲੇ ਦੀਆਂ ਗੱਲਾਂ ਸੁਣੀਆਂ ਆਣੀਆਂ ਬੇਫਾਲਤੂ ਦੀਆਂ ਵੱਖਰੀਆਂ ਵਾ। ਯੂ ਨੀਡ ਟੂ ਗੈਟ ਆਊਟ ਆਫ ਦੋਜ਼ ਥਿੰਗਸ, ਤੁਹਾਨੂੰ ਮੂਵ ਆਊਟ ਹੋਣਾ ਪੈਣਾ ਇਹਨਾਂ ਚੀਜ਼ਾਂ ਤੋਂ, ਅਤੇ ਹੈ ਨਾ, ਅਤੇ ਸੀਰੀਅਸਲੀ ਮੂਵ ਆਊਟ ਹੋ ਤੁਸੀਂ, ਤਾਂ ਥੋੜ੍ਹੇ ਜਿਹੇ ਪੈਸੇ ਨਾ ਸੇਵ ਕਰਨ 'ਚ ਯਕੀਨ ਰੱਖੋ ਹੈ ਨਾ। ਇੱਦਾਂ ਦੇ ਲੋਕਾਂ ਨਾਲ ਡੀਲ ਕਰਕੇ, ਇਹਨਾਂ ਦੇ ਸਟੂਪਿਡਿਟੀ ਨਾਲ ਡੀਲ ਕਰਕੇ, ਇੰਨੀਆਂ ਨੈਗੇਟਿਵ ਚੀਜ਼ਾਂ ਨਾਲ ਡੀਲ ਕਰਕੇ ਤੁਹਾਨੂੰ ਕੁਛ ਨਹੀਂ ਮਿਲਣਾ ਹੈਗਾ। ਸੋ ਤੁਹਾਨੂੰ ਇਨਵਾਇਰਮੈਂਟ ਚੇਂਜ ਕਰਨ ਦੀ ਬਹੁਤ ਲੋੜ ਹੁੰਦੀ ਆ ਆਲੇ ਦੁਆਲੇ ਦੀ ਆਪਦੇ ਦੀ। ਮੈਨੂੰ ਆਏ ਸੀ ਵੀ ਹਾਈ ਵੀ ਨਹੀਂ ਨਾ, ਆਈ ਨੀਡ ਟੂ ਮੂਵ। ਅਤੇ ਫਿਰ ਕੀ ਹੋਇਆ ਦੱਸਦੀ ਹਾਂ ਮੈਂ ਤੁਹਾਨੂੰ ਦੱਸੂੰਗੀ। ਅਤੇ ਓਬਵੀਅਸਲੀ ਅਤੇ ਨਾ
ਭਾਈ ਚਲੋ ਮੈਂ ਉਹਨਾਂ ਨੂੰ ਕਹਿਤਾ ਵੀ ਮੈਨੂੰ ਤਾਂ ਮੂਵ ਹੋਣਾ ਪੈਣਾ ਵਾ, ਤੇ ਉਹ ਤਾਂ ਲੱਗ ਹੀ ਰੌਲਾ ਪਾਉਣ। ਸ਼ੀ ਵਾਜ਼ ਲਾਈਕ ਆਏ ਤੂੰ ਕਿਵੇਂ ਮੂਵ ਹੋਣਾ ਵਾ ਐਵੇਂ। ਮੇਰਾ ਨਾ ਐਂ ਦਾ ਸੁਭਾਅ ਆ, ਮੈਂ ਨਾ ਪਹਿਲਾਂ ਬੋਲਦੀ ਨਹੀਂ ਹੁੰਦੀ ਗੀ। ਮੈਂ ਬੜੀ ਪੇਸ਼ੈਂਸ ਵਾਲੀ ਹਾਂ, ਮੈਂ ਪਹਿਲਾਂ ਜਮਾਂ ਨਹੀਂ ਬੋਲਣਾ ਹੁੰਦਾ। ਮੈਨੂੰ ਕੋਈ ਭਾਵੇਂ ਜੁੱਤੀਆਂ ਮਾਰੀ ਜਾਵੇ, ਮੈਨੂੰ ਕੁਛ ਨਹੀਂ ਕਹਿਣਾ। ਜਦੋਂ ਫਿਰ ਪਾਣੀ ਮੇਰੇ ਸਿਰ ਤੋਂ ਲੰਘ ਜਾਂਦਾ ਵਾ, ਫਿਰ ਮੈਂ ਕੋਈ ਨਹੀਂ ਦੇਖਦੀ। ਦੈਨ ਆਈ ਐਮ ਐਨ ਓਸ਼ਨ ਵਿਦ ਬਿਗ ਵੇਵਸ। ਫਿਰ ਮੈਂ ਸਾਰਾ ਕੁਛ ਹੀ ਤਬਾਹ ਕਰ ਦੇਣੀ ਹੁੰਦੀ ਹੈ ਕਿ ਨਹੀਂ ਹੁਣ ਨਹੀਂ, ਹੁਣ ਤਾਂ ਸਾਰਾ ਕੁछ ही खराब करूंगी मैं। अब तो होगा, अब तुम रोको। ਹੁਣ ਤਾਂ ਮੈਂ ਕਰੂੰਗੀ ਹੈ ਨਾ। ਦੈਨ ਹਾਂ ਐਗਜ਼ੈਕਟਲੀ, ਨਹੀਂ ਤਾਂ ਮੈਂ ਜਮਾ ਨਹੀਂ ਬੋਲਣਾ ਹੁੰਦਾ, ਨਹੀਂ ਤਾਂ ਫਿਰ ਬਸ ਤੁਸੀਂ ਆਪਦਾ ਹੁਣ ਦੇਖ ਲਓ, ਬਚਾ ਲਓ ਆਪਦੇ ਆਪ ਨੂੰ ਤੁਸੀਂ, ਹੈ ਨਾ। ਦੈਨ ਨਾ ਮੈਂ ਸੁਣੀ ਗਈ ਉਹ ਨਾ 1 ਵੀਕ ਲੱਗੀ ਰਹੀ ਮੇਰੇ ਸਿਰ ਤੇ ਐਂ ਖੜ ਕੇ ਨਾ ਬੋਲੀ ਜਾਇਆ ਕਰੇ ਉਹ, ਐਂ ਤੂੰ ਕਿਵੇਂ ਜਾਣਾ ਵਾ, ਤੇਰੇ ਨਾਲ ਅਸੀਂ ਐਂ ਕਰਿਆ ਵਾ, ਤੈਨੂੰ ਅਸੀਂ ਐਂ ਰੱਖਿਆ ਵਾ, ਤੈਨੂੰ ਅਸੀਂ ਉਵੇਂ ਰੱਖਿਆ ਵਾ, ਤੁਸੀਂ ਮੇਰੇ ਤੇ ਆਸਾਨ ਕੀਤਾ ਸੀਗਾ ਕੋਈ, ਤੁਸੀਂ ਮੈਨੂੰ ਸੁਣਾ ਰਹੇ ਆ। ਜੇ ਤੁਸੀਂ ਕਿਸੇ ਦਾ ਸੱਚੀ ਕਰਦੇ ਆ ਤਾਂ ਉਹਦਾ ਤਾਂ ਮਤਲਬ ਹੀ ਨਹੀਂ ਹੁੰਦਾ ਤੁਹਾਡਾ ਤਾਂ ਸੁਣਾਉਣ ਦਾ ਕੋਈ ਉਹਨਾਂ ਨੂੰ, ਰਾਈਟ। ਯੂ ਨੀਡ ਟੂ ਬੀ ਰਿਸਪੈਕਟਫੁਲ ਟੂ ਦੀ ਪਰਸਨ, ਡਜ਼ਨਟ ਮੈਟਰ ਕਿਹੜੀ ਸਿਚੁਏਸ਼ਨ। ਇੱਜ਼ਤ ਦੇਣੀ ਦਾ ਕਿਸੇ ਨੂੰ ਤੁਹਾਡਾ ਹੱਕ ਆ, ਤੁਹਾਡਾ ਹੱਕ ਨਹੀਂ ਹੈਗਾ, ਮਤਲਬ ਕੀ ਕਹਿੰਦੇ ਹੁੰਦੇ ਆ, ਤੁਹਾਡੀ ਚੋਇਸ ਨਹੀਂ ਹੈਗੀ, ਤੁਹਾਡੀ ਜ਼ਿੰਮੇਵਾਰੀ ਆ, ਉਹ ਜ਼ਿੰਮੇਵਾਰੀ ਆ, ਲਾਈਕ ਯੂਰ ਕੀ ਕਹਿੰਦੇ ਹੁੰਦੀ ਆ, ਰਿਸਪੋਂਸਿਬਿਲਿਟੀ ਆ, ਹੈ ਨਾ, ਉਹ ਜ਼ਿੰਮੇਵਾਰੀ ਆ ਤੁਹਾਡੀ ਉਹ। ਤੇ ਫਿਰ ਭਾਈ ਉਹਦਾ ਹਸਬੈਂਡ ਵਿਚਾਰਾ ਇੰਨਾ ਨਾਈਸ ਹੈ ਨਾ, ਤੇ ਉਹ ਉਹਨੂੰ ਕਿਹਾ ਕਰੇ ਤੂੰ ਚੁੱਪ ਕਰ ਜਾ। ਉਹ ਕਿੱਥੇ ਚੁੱਪ ਕਰਨ ਵਾਲੀ ਸੀਗੀ, ਤੇ ਹੈ ਨਾ। ਫਿਰ ਮੈਂ ਕਿਹਾ ਕਿ ਓ ਮਾਈ ਗॉड ਹੁਣ ਮੈਂ ਕੀ ਕਰਾਂ। ਮੇਰਾ ਨਾ ਉਹਦੀਆਂ ਗੱਲਾਂ ਤੇ ਮੇਰਾ ਉਹਦੇ ਨਾ ਉਹ ਜਿਹੜਾ ਕੁਛ ਵੀ ਉਹ ਮੈਨੂੰ ਬੋਲਦੀ ਸੀ, ਮੈਨੂੰ ਮੇਰਾ ਉਹਦੇ ਤੇ ਜਮਾ ਨਹੀਂ ਕੋਈ ਧਿਆਨ ਹੁੰਦਾ ਸੀ। ਮੈਨੂੰ ਆਏ ਹੁੰਦਾ ਸੀ ਵੀ ਹਾਏ ਵੀ ਹੁਣ ਮੈਂ ਨਿਕਲਾਂ ਕਿਵੇਂ ਇੱਥੋਂ, ਵੀ ਇਹਨੂੰ ਤਾਂ ਇਹਦੇ ਨਾਲ ਤਾਂ ਚੱਲ ਮੈਂ ਬਾਅਦ ਚੋਂ ਡੀਲ ਕਰ ਲਵਾਂਗੀ, ਡਜ਼ਨਟ ਮੈਟਰ, ਲੈਟ ਹਰ ਬਾਰਕ, ਪਰ ਮੈਨੂੰ ਇੱਥੋਂ ਨਿਕਲਣਾ ਪੈਣਾ ਹੈ ਨਾ ਹੁਣ। ਫਿਰ ਮੈਂ ਕੀ ਕੀਤਾ ਨਾ, ਮੈਂ ਉਹਨੂੰ ਕਿਹਾ ਨਾ ਕਿ ਮੇਰੀ ਤਾਂ ਨਾ PR ਦਾ ਨਹੀਂ ਕੁਛ ਬਣ ਰਿਹਾ ਹੈਗਾ, ਦੈਨ ਆਈ ਨੀਡ ਟੂ ਗੋ ਟੂ ਬ੍ਰੈਂਡਨ, ਹੈ ਨਾ। ਮੈਂ ਕਿਹਾ ਵੀ ਮੈਂ ਤਾਂ ਬ੍ਰੈਂਡਨ ਜਾਣਾ, ਤੇ ਨਾ ਕਹਿੰਦੀ ਹੈ ਕਿ ਤੂੰ ਝੂਠ ਮਾਰਦੀ ਆ। ਤੇ ਮੈਂ ਕਿਹਾ ਜੇ ਤੈਨੂੰ ਪਤਾ ਮੈਂ ਝੂਠ ਮਾਰਦੀ ਆ, ਫਿਰ ਤੂੰ ਸਮਝ ਲੈ ਕਿ ਮੈਂ ਝੂਠ ਮਾਰਦੀ ਆ, ਤੇ ਮੈਂ ਜਾਣਾ ਵਾ, ਮੈਂ ਤੇਰੇ ਨਾਲ ਨਹੀਂ ਰਹਿਣਾ ਹੈਗਾ। I am not gonna pay you guys $700 for the things I'm not getting properly, right? ਜੇ ਮੈਨੂੰ ਕੋਈ ਫੈਸਿਲਿਟੀ ਪ੍ਰੋਪਰ ਨਹੀਂ ਮਿਲ ਰਹੀ ਤੇ ਮੈਂ ਤੁਹਾਨੂੰ $700 ਨਹੀਂ ਦਊਂਗੀ, obviously। ਮੈਨੂੰ ਨਹੀਂ, ਮੈਂ ਆਪਦੇ ਆਪ ਨੂੰ ਸੈਟੀਸਫਾਈ ਨਹੀਂ ਕਰ ਪਾ ਰਹੀ ਇਹਨਾਂ ਚੀਜ਼ਾਂ ਨਾਲ, ਤਾਂ ਮੈਂ ਨਹੀਂ ਕਰੂੰਗੀ obviously, ਹੈ ਨਾ। ਤੇ ਫਿਰ ਭਾਈ ਕੀ ਹੋਇਆ ਨਾ, ਮੈਂ ਨਾ ਸੁੱਤੀ ਪਈ ਇੱਕ ਦਿਨ, ਤੇ ਨਾ ਮੈਂ ਉਹਨੂੰ ਕਹਿਤਾ ਸੀ, ਮੈਂ ਕਿਹਾ ਵੀ ਮੈਂ ਇਸ ਤਰੀਕ ਨੂੰ ਮੂਵ ਹੋਣਾ ਵਾ, ਸੌਰੀ ਐਕਸਕਿਊਜ਼ ਮੀ, ਹੈ ਨਾ, ਆਈ ਨੀਡ ਟੂ ਮੂਵ। ਉਹਨੇ ਕੀ ਕੀਤਾ, ਕੁੜੀਆਂ ਬੁਲਾ ਲਈਆਂ ਹੈ ਨਾ ਰੂਮ ਚੈੱਕ ਕਰਨ ਦੇ ਲਈ। ਹੁਣ ਜੇ ਤੁਸੀਂ ਕਿਸੇ ਨੂੰ ਬੁਲਾਉਂਦੇ ਆ, ਰਾਈਟ, ਤੂੰ ਮੈਨੂੰ ਰਾਤ ਨੂੰ ਦੱਸਦਾ, ਓਕੇ, ਤੂੰ ਪਹਿਲਾਂ ਤੇਰੀ ਰਿਸਪੋਂਸਿਬਿਲਿਟੀ ਆ, ਤੂੰ ਕਮਰੇ 'ਚ ਆ, ਤੂੰ ਮੈਨੂੰ ਠਾ, ਤੂੰ ਕਹਿ ਵੀ ਹੋਰ ਕੋਈ ਰੂਮ ਚੈੱਕ ਕਰਨ ਆਇਆ, ਐਂਡ ਕੈਨ ਯੂ ਪਲੀਜ਼ ਸੈਟ ਆਊਟਸਾਈਡ, ਹੈ ਨਾ। ਤੂੰ ਮੈਨੂੰ ਕਹਿ ਕਿ ਤੂੰ ਪਲੀਜ਼ ਬਾਹਰ ਬਹਿ ਸਕਦੀ ਹੈ, ਵੀ ਕਿਸੇ ਨੇ ਰੂਮ ਦੇਖਣਾ, ਹੈ ਨਾ, ਵੀ ਤੂੰ ਮੇਰੀ ਪਰਮਿਸ਼ਨ ਤਾਂ ਲੈ, ਹਲੇ ਸਟਿਲ ਮੈਂ ਉਸ ਕਮਰੇ ਵਿੱਚ ਆ, ਉਹ ਮੇਰਾ ਕਮਰਾ ਵਾ, ਤੂੰ ਕਿਸੇ ਨੂੰ ਵੀ ਅਣਜਾਣ ਬੰਦੇ ਨੂੰ ਮੇਰੇ ਕਮਰੇ 'ਚ ਨਹੀਂ ਲਿਆ ਸਕਦੀ ਮੇਰੀ ਪਰਮਿਸ਼ਨ ਤੋਂ ਬਿਨਾਂ, ਯੂ ਕੈਨਟ, ਤੈਨੂੰ ਕੋਈ ਹੱਕ ਨਹੀਂ ਹੈਗਾ ਇਹ ਕਰਨ ਦਾ। ਤੇ ਭਾਈ ਉਹਨੇ ਕੀ ਕੀਤਾ ਨਾ, ਮੈਂ ਸੁੱਤੀ ਪਈ ਐਂਡ 2 ਕੁੜੀਆਂ ਮੇਰੇ ਕਮਰੇ 'ਚ ਐਂਟਰ ਕਰਦੀਆਂ, ਤੇ ਉਹ ਆਏ ਝਾਤੀਆਂ ਮਾਰੀਆਂ ਦੀਆਂ ਇੱਧਰ ਉੱਧਰ। I was like ਆਹ ਕੀ ਆ, ਤੇ ਮੈਂ ਉਹਦੇ ਤਾਂ ਕੁਛ ਨਹੀਂ ਕਿਹਾ, ਹੈ ਨਾ। I was really fed up, like fuck, how could anybody enter in my room without my permission? मैं नहीं allow करदी, I don't like people do these shits, ਮੈਨੂੰ ਨਹੀਂ ਪਸੰਦ ਗਾ, ਤੇ ਹੈ ਨਾ, ਜਾਂ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਕਿ ਤੁਸੀਂ ਧੱਕੇ ਨਾ ਮੈਨੂੰ ਪਸੰਦ ਨਹੀਂ ਕਰਾ ਸਕਦੇ ਉਹ। ਦੈਨ I was like ਹਾਈ ਨਹੀਂ, ਇਹ ਮੇਰੇ ਕਮਰੇ 'ਚ ਮੇਰੀ ਪਰਮਿਸ਼ਨ ਤੋਂ ਬਿਨਾਂ 2 ਅਣਜਾਣ ਕੁੜੀਆਂ ਨੂੰ ਲਿਆ ਕੇ ਇਹ ਚੈੱਕ ਕਰਾ ਰਹੀ ਹੈ, ਜਦੋਂ ਕਿ ਮੈਂ ਸੁੱਤੀ ਪਈ ਆ। ਜੇ ਮੈਂ ਨਾ ਵੀ ਨਾ ਹੋਵਾਂ ਕਮਰੇ 'ਚ ਤਾਂ ਵੀ ਵੱਖਰੀ ਗੱਲ ਆ, ਵੀ ਮੈਂ ਕਮਰੇ 'ਚ ਹੈ ਨਹੀਂ ਗੀ, ਰਾਈਟ, I am sleeping there, that's my me time ਆ, ਮੇਰਾ ਉਹ ਮੇਰਾ ਪੀਸ ਆ ਉਹ ਥਾਂ, ਤੇ ਤੁਸੀਂ ਮੇਰਾ ਪੀਸ ਰਿਊਨ ਕਰ ਰਹੇ ਆ। ਤੇ ਫਿਰ ਬਾਅਦ ਚੋਂ ਨਾ ਕੀ ਹੋਇਆ ਨਾ, ਉਹਦੇ ਤਾਂ ਹੋਈ ਨਹੀਂ ਬੜੀ, ਉਹ ਕੁੜੀਆਂ ਤਾਂ ਜਾਵੜੀਆਂ ਕਮਰਾ ਦੇਖ ਕੇ। ਫਿਰ ਮੈਂ ਕਿਹਾ ਵੀ ਹੁਣ ਇਹਨੂੰ ਮੈਂ ਦੱਸੂਗੀ ਪਤਾ ਕਿ ਤੂੰ, ਹੁਣ ਤਾਂ ਮੇਰੇ ਕੋਲ ਵੈਲਿਡ ਰੀਜ਼ਨ ਸੀਗਾ ਕੋਈ, अब इसको बताऊंगी मैं लड़की को, है ना। ਵੱਡੀ ਤਾਂ ਮੇਰੇ ਤੋਂ ਬਹੁਤ ਸੀਗੀ ਉਹ, I think she was of 26 or 27, but who cares, I don't। ਜੇ ਤੁਸੀਂ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਹਾਨੂੰ ਇੱਜ਼ਤ ਲੈਣ ਦਾ ਕੋਈ ਹੱਕ ਨਹੀਂ ਹੈਗਾ ਗਾ, ਓਕੇ। ਤੁਸੀਂ ਇਹ ਗੱਲ ਦਾ ਮੇਰੀ ਤਾਂ ਭਾਵੇਂ ਗੁੱਸਾ ਕਰ ਲਓ, ਭਾਵੇਂ ਤੁਸੀਂ ਰੋਸਾ ਕਰ ਲਓ ਮੇਰੇ ਨਾਲ, I do not care, ਓਕੇ। ਤੇ ਜਿਹੜੀ ਗੱਲ ਜਾਇਜ਼ ਆ ਜਿਹੜੀ ਉਹ ਜਾਇਜ਼ ਹੁੰਦੀ ਹੈ, ਜਿਹੜੀ ਗੱਲ ਜੱਚਦੀ ਆ ਉਹ ਜੱਚਦੀ, ਜਿਹੜੀ ਨਹੀਂ ਜੱਚਦੀ ਉਹ ਕਿਸੇ ਤਰੀਕੇ ਨਾਲ ਵੀ ਨਹੀਂ ਜੱਚਣੀ ਹੈਗੀ, ਰਾਈਟ। ਦੈਨ ਫਿਰ ਕੀ ਹੋਇਆ ਨਾ, ਆਪਣਾ ਮੈਂ ਨਾ ਉਹਨੂੰ ਕਿਹਾ ਜਾਣ ਲੱਗਿਆ, ਮੈਂ ਕਿਹਾ ਵੀ ਤੁਸੀਂ ਨਾ, ਮੈਂ ਵੀ ਤਾਂ ਵੀ ਇਹਨੂੰ ਨਾ ਪਿਆਰ ਨਾਲ ਕਿਹਾ, ਮੈਂ ਉਹਨੂੰ I was respectful, ਮੈਂ ਕਿਹਾ ਨਾ ਵੀ ਤੁਸੀਂ ਗਲਤ ਕੀਤਾ, ਵੀ ਤੁਸੀਂ ਨਾ ਇੱਦਾਂ ਕਰਕੇ ਵੀ ਮੈਨੂੰ ਦੱਸਣਾ ਸੀਗਾ ਪਹਿਲਾਂ, ਵੀ ਮੈਂ ਬਾਹਰ ਆ ਜਾਂਦੀ ਹੈ ਨਾ ਉੱਠ ਕੇ, ਵੀ ਤੁਸੀਂ ਫਿਰ ਉਹਨੂੰ ਕਮਰੇ 'ਚ ਉਹਨਾਂ ਨੂੰ ਕਮਰਾ ਦਿਖਾਉਣਾ ਸੀਗਾ। ਕਹਿੰਦੀ ਆਖੇ ਆਏ ਕਿਵੇਂ ਆ, ਹੁਣ ਅਸੀਂ ਤੇਰੇ ਤੇ ਬੈਠੇ ਆ, ਆਖੇ ਜੇ ਤੂੰ ਕਹੇਂਗੀ ਤਾਂ ਉਵੇਂ ਹੋਊਗਾ। ਮੈਂ ਕਿਹਾ ਐਕਸਕਿਊਜ਼ ਮੀ,
ਵੀ ਮੈਂ ਤੈਨੂੰ ਸਿਰਫ ਆਏਂ ਕਿਹਾ ਵਾ ਕਿ ਤੂੰ ਮੈਨੂੰ ਦੱਸਣਾ ਸੀ ਪਹਿਲਾਂ, ਤੇ ਮੈਂ ਬਾਹਰ ਆਉਂਦੀ ਤਾਂ ਤੂੰ ਉਹਨਾਂ ਨੂੰ ਕਮਰਾ ਦਿਖਾ ਸਕਦੀ ਸੀਗੀ, ਤੂੰ ਮੇਰੀ ਪਰਮਿਸ਼ਨ ਨਹੀਂ ਲਈ ਮੇਰੇ ਕਮਰੇ 'ਚ ਐਂਟਰ ਕਰਨ ਤੋਂ ਪਹਿਲਾਂ, ਰਾਈਟ। ਤੇ ਫਿਰ ਉਹ ਤਾਂ ਸਟਾਰਟ ਹੋ ਗਈ, ਉਹਨੂੰ ਆਏ ਸੀ ਵੀ ਇਹ ਕਿਹੜਾ ਬੋਲਦੀ ਆ। ਸ਼ੀ ਵਾਜ਼ ਲਾਈਕ ਇਹ ਇੱਕ ਤਾਂ ਨਾ ਅੱਧੀਆਂ ਕੁੜੀਆਂ ਨੂੰ ਤਾਂ ਬੜਾ ਭੁਲੇਖੇ ਮੈਂ ਆਏ ਕੱਢੇ ਵੇ ਆ ਵੀ ਇਹ ਕਿਹੜਾ ਬੋਲਦੀ ਆ, ਕਿਉਂਕਿ ਕੁੜੀਆਂ ਨਾਲ ਨਾ ਮੈਨੂੰ ਲੜਨਾ ਬੜਾ ਔਖਾ ਲੱਗਦਾ ਐਟ ਅ ਪੁਆਇੰਟ, ਸਪੈਸ਼ਲੀ ਜਿਹੜੀਆਂ ਮੇਰੇ ਤੋਂ ਉਮਰ 'ਚ ਵੱਡੀਆਂ ਹੁੰਦੀਆਂ ਵਾ। ਤੇ ਫਿਰ ਜਦੋਂ ਮੈਂ ਆਪਦਾ ਸਰੂਪ ਨਖਾ ਰੂਪ ਦਿਖਾਉਂਦੀ ਆ ਇਹਨਾਂ ਨੂੰ, ਜਦੋਂ ਮੈਂ ਮੈਡੂਸਾ ਰੂਪ ਦਿਖਾਉਂਦੀ ਇਹਨਾਂ ਨੂੰ ਆਪਦਾ, ਫਿਰ ਇਹਨਾਂ ਨੂੰ ਹਾਈ ਤੂੰ ਇੱਦਾਂ ਦੀ ਵੀ ਆ, ਮੈਂ ਇੱਦਾਂ ਦੀ ਵੀ ਆ, ਹਾਂ ਮੈਂ ਇੱਦਾਂ ਦੀ ਵੀ ਆ। ਤੇ ਫਿਰ ਬਾਅਦ ਚੋਂ ਹਾਂ ਫਿਰ ਮੈਨੂੰ ਇਹ ਵਰਡ ਮੈਨੂੰ ਬਹੁਤ ਸੁਣਨ ਨੂੰ ਮਿਲਿਆ, ਤੂੰ ਇੱਦਾਂ ਦੀ ਵੀ ਆ, ਮੈਂ ਬਹੁਤ ਤਰ੍ਹਾਂ ਦੀ ਆ, ਤੁਸੀਂ ਦੱਸੋ ਕਿੱਦਾਂ ਦੀ ਦੇਖਣਾ ਤੁਸੀਂ ਮੈਨੂੰ ਹੈ। ਤੇ ਨਾ ਫਿਰ ਬਾਅਦ ਚੋਂ ਨਾ ਭਾਈ ਕੀ ਹੋਇਆ ਨਾ, ਮੈਂ ਕਿਹਾ ਨਾ ਵੀ ਓਕੇ ਠੀਕ ਹੈ। ਫਿਰ ਨਾ ਮੇਰੇ ਭੂਆ ਫੁੱਫੜ ਆ ਗਏ, ਉਹਨਾਂ ਨੇ ਮੇਰੇ ਨਾਲ ਮੂਵਿੰਗ ਕਰਾਈ ਹੈ ਨਾ, ਤੇ ਮੈਂ ਅਪਾਰਟਮੈਂਟ ਲੱਭ ਲਿਆ ਸਾਡੇ ਘਰ ਦੇ ਨੇੜੇ, ਉਹ ਸ਼ੇਅਰਿੰਗ 'ਚ ਸੀਗਾ। ਸ਼ੀ ਇਜ਼ ਅ ਗੁੱਡ ਗਰਲ ਹੈ ਨਾ, ਉਹ ਬਹੁਤ ਨਾਈਸ ਆ, ਮੇਰੇ ਉਹਦੇ ਨਾਲ ਟਾਈਮ ਬਹੁਤ ਵਧੀਆ ਬੀਤਿਆ। ਮੈਂ 4 ਮਹੀਨੇ ਉਹਨਾਂ ਨਾਲ ਰਹੀ। ਉਹ ਦੀਦੀ ਤੇ ਵੀਰਾ ਵੀ ਬੜੇ ਨਾਈਸ ਸੀਗੇ, ਦੇ ਵਰ ਰੀਅਲੀ ਗੁੱਡ ਐਂਡ ਆਈ ਹੈਡ ਅ ਪੀਸ ਆਫ ਮਾਈਂਡ ਇਨ ਦੈਟ ਅਪਾਰਟਮੈਂਟ। ਤੇ ਮੇਰੀਆਂ ਬੜੀਆਂ ਮੈਮੋਰੀਜ਼ ਵੀ ਜੁੜੀਆਂ ਹੈ ਨਾ ਉਹ ਅਪਾਰਟਮੈਂਟ ਨਾਲ, ਤੇ ਬੜਾ ਨਾਈਸ ਸੀਗਾ। ਅਸੀਂ ਦੋਵੇਂ ਨਾਲੇ ਸ਼ੇਅਰਿੰਗ 'ਚ ਰਹਿੰਦੀਆਂ ਸੀਗੀਆਂ, ਇੱਕ ਵਾਸ਼ਰੂਮ ਯੂਜ਼ ਕਰਦੇ ਸੀਗਾ, ਬਟ ਉਹਨਾਂ ਨੇ ਵੀ ਆਪਦੀ ਪ੍ਰਾਈਵੇਸੀ ਮੇਨਟੇਨ ਕਰਕੇ ਰੱਖੀ ਤੇ ਮੇਰੀ ਵੀ ਪ੍ਰਾਈਵੇਸੀ ਮੇਨਟੇਨ ਸੀਗੀ। ਤੇ ਅਸੀਂ ਬੜਾ ਗੁੱਡ ਟਾਈਮ ਕਰਿਆ ਹੈ ਨਾ, ਅਸੀਂ ਇੱਕ ਦੂਜੇ ਨਾਲ ਸਪੈਂਡ ਕਰਿਆ। ਤੇ ਉਦੋਂ ਬਾਅਦ ਨਾ ਮੈਂ ਨਾ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਇੱਕ ਦਿਨ ਲਈ ਮੇਰਾ ਮੈਟਰੈਸ ਰੱਖ ਲਓ, ਵੀ ਮੇਰੇ ਕੋਲ ਹਲੇ ਨਾ ਕੋਈ ਸਾਧਨ ਨਹੀਂ ਹੈਗਾ ਲੈ ਕੇ ਜਾਣ ਨੂੰ ਹੈ ਨਾ, ਆਈ ਡੋਂਟ ਹੈਵ ਐਨੀ ਰਾਈਡ ਔਰ ਐਨੀ ਵੇ ਟੂ ਟੇਕ ਮਾਈ ਮੈਟਰੈਸ। ਉਹ ਈਸਟ 'ਚ ਸੀਗਾ ਤੇ ਮੈਂ ਲੈ ਕੇ ਜਾਣਾ ਸੀਗਾ, ਉਹ ਉਧਰ ਨਾਰਥ 'ਚ ਲੈ ਕੇ ਜਾਣਾ ਸੀ ਹੈ ਨਾ, ਤੇ ਮੇਰੇ ਕੋਲ ਕੋਈ ਸੋਰਸ ਨਹੀਂ ਸੀ ਹੈਗੀ ਕਿ ਮੈਂ ਕਿਵੇਂ ਲੈ ਕੇ ਜਾਂਦੀ ਹੈ ਨਾ ਉਹ। ਤੇ ਫਿਰ ਨਾ ਭਾਈ ਉਹ ਕਹਿੰਦੀ ਨਹੀਂ ਤੂੰ ਤਾਂ ਹੁਣੇ ਲੈ ਕੇ ਜਾ ਹੈ ਮੈਟਰੈਸ, ਆਵੇਂ ਕਰ ਹੈ ਨਾ। ਫਿਰ ਤਾਂ ਮੈਨੂੰ ਚੜ ਗਿਆ ਤੱਪ। ਮੈਂ ਕਿਹਾ ਵੀ ਹਾਊ ਡੇਅਰ ਯੂ, ਤੂੰ ਮੇਰੇ ਨਾਲ ਇਸ ਤਰੀਕੇ ਨਾਲ ਗੱਲ ਕਿਵੇਂ ਕੀਤੀ ਆ, ਪਹਿਲਾਂ ਤਾਂ ਦੱਸੀ ਮੈਨੂੰ, ਤੂੰ 15 ਦਿਨਾਂ ਦੀ ਮੇਰੇ, ਫਿਰ ਤਾਂ ਮੈਂ ਤੂੰ ਤੇ ਆ ਜਾਣੀ ਹੁੰਦੀ, ਫਿਰ ਕੋਈ ਤੁਸੀਂ ਤਾਂ ਅਸੀਂ ਨਹੀਂ ਚੱਲਦਾ ਹੁੰਦਾ। ਫਿਰ ਮੈਂ ਕਹਿੰਦੀ ਮੈਂ ਤੇਰੀਆਂ 15 ਦਿਨਾਂ ਦੀਆਂ ਮੈਂ ਤੇਰੀਆਂ ਗੱਲਾਂ ਸੁਣੀ ਜਾਂਦੀ ਆ, ਤੈਨੂੰ ਮਾੜਾ ਮੋਟਾ ਤਾਂ ਤੈਨੂੰ ਹੋਣਾ ਚਾਹੀਦਾ ਵਾ ਨਾ, ਤੂੰ ਕਿਸੇ ਨੂੰ ਇੰਨਾ ਟੌਰਚਰ ਕਰ ਰਹੀ ਆ, ਤੂੰ ਇੰਨੇ ਕਿਸੇ ਨੂੰ ਮੈਂਟਲੀ ਟੌਰਚਰ ਕਰ ਰਹੀ ਆ। ਫਿਰ ਚੁੱਪ ਕਰਕੇ ਉਹ ਮੇਰੇ ਮੂੰਹ ਵੱਲ ਦੇਖੀ ਜਾਵੇ, ਤੇ ਫਿਰ ਮੇਰੇ ਐਕਸਪ੍ਰੈਸ਼ਨ ਹੀ ਨੋਟ ਕਰਦੀ ਸੀ ਬਸ, ਵੀ ਇਹਦੇ ਐਕਸਪ੍ਰੈਸ਼ਨ ਕਿਵੇਂ ਆ ਮੂੰਹ ਦੇ ਹੈ ਨਾ। ਤੇ ਫਿਰ ਭਾਈ ਮੈਂ ਕਿਹਾ ਵੀ ਇਹ ਬਹੁਤ ਗਲਤ ਗੱਲ ਹੈ, ਤੂੰ ਕਿਸੇ ਦੀ ਪ੍ਰਾਈਵੇਸੀ ਨੂੰ ਪਹਿਲਾਂ ਤਾਂ ਰਿਊਇਨ ਕੀਤਾ, ਤੂੰ ਮੇਰੀ ਪਰਮਿਸ਼ਨ ਤੋਂ ਬਿਨਾਂ ਮੇਰੇ ਕਮਰੇ 'ਚ ਕਿਸੇ ਨੂੰ ਲੈ ਕੇ ਕਿਵੇਂ ਆਈ ਆ, ਰਾਈਟ। ਹੂ ਦ ਹੈਲ ਆਰ you to take anybody to my room without my permission, ਹਾਂ। ਤੇ ਹਾਈ ਕਿੱਡਾ ਗੁੱਸਾ ਕਰਦੀ ਆ ਮੈਂ, ਹਾਈ ਕਿੱਡੀ ਸੋਹਣੀ ਲੱਗਦੀ ਗੁੱਸਾ ਕਰਦੀ ਮੈਂ, ਹਾਈ ਨਹੀਂ ਕੁੜੀਏ ਦਿੱਲੀ ਲੈ ਜਾਨੀ ਆ ਤੇ ਫਿਰ ਬਾਅਦ ਚ ਮੈਨੂੰ ਇੰਨਾ ਕੁਛ ਬੋਲੀ ਨਾ, ਮੈਂ ਸਾਰਾ ਮਤਲਬ ਦਿਲ ਦੀ, ਮੈਨੂੰ ਕਹਿੰਦੇ ਨਾ ਮੇਰਾ ਤਾਂ ਬੀਪੀ ਘਟ ਗਿਆ। ਮੈਂ ਕਿਹਾ ਤੇਰਾ ਬੀਪੀ ਤਾਂ ਮੈਂ ਘਟਾਉਣਾ ਹਲੇ, ਤੂੰ ਘਟ ਜਾ ਕਰਾ ਬੀਪੀ ਤੇਰਾ, ਮੈਂ ਬੀਪੀ ਘਟਾ ਵਧਾ ਸਾਰਾ ਕੁਛ ਹੀ ਕਰ ਦੇਣਾ ਮੈਂ। ਮੇਰਾ ਨਹੀਂ ਬੀਪੀ ਬੂਪੀ ਵਾਧਾ ਘਟਦਾ ਹੁੰਦਾ, ਮੈਂ ਤਾਂ ਬੋਲਦੀ ਨਹੀਂ ਹੁੰਦੀ ਆ ਬਸ ਕਿ ਹਾਊ ਡੇਅਰ ਯੂ ਹੈ ਨਾ। ਫਿਰ ਮੈਨੂੰ ਕਰੇ ਮੈਂ ਆਪਦੇ ਹਸਬੈਂਡ ਨੂੰ ਫੋਨ ਕਰਦੀ, ਮੈਂ ਕਿ ਤੂੰ ਕਰ ਹਸਬੈਂਡ ਨੂੰ ਫੋਨ ਆਪਦੇ ਨੂੰ ਹੈ ਨਾ। ਤੇ ਉਹ ਹਸਬੈਂਡਾਂ ਨੂੰ ਫੋਨ ਕਿੱਥੇ ਕਰੇ ਉਹ ਹੈ ਨਾ। ਤੇ ਮੈਂ ਕਿਹਾ ਤੂੰ ਡੋਂਟ ਵਰੀ। ਫਿਰ ਨਾ ਮੈਂ ਯੂ ਹਾਲ ਕਰਾਈ ਹੈ ਨਾ, ਮੈਂ $70 ਭਰੇ ਐਟ ਅ ਟਾਈਮ। ਆਈ ਵਾਜ਼ ਲਾਈਕ ਹੁਣ ਤਾਂ ਇੱਥੇ ਮੈਟਰਸ ਰਹਿਣ, ਫਿਰ ਤਾਂ ਪੈਸਿਆਂ ਦੀ ਗੱਲ ਮੈਂ ਛੱਡ ਦਿੰਦੀ ਹੁੰਦੀ, ਹੁਣ ਇਹਦੀ ਮੈਂ ਜਿਹੜੀ ਹੈਂਡ ਜੀਆਂ ਨਾ ਭੰਨਣੀ ਆ ਚੰਗੀ ਤਰ੍ਹਾਂ। ਦੈਨ ਆਈ ਵਾਜ਼ ਲਾਈਕ ਕੋਈ ਨਾ, ਥੈਂਕ ਯੂ ਸੋ ਮਚ, ਤੂੰ ਜਿਹੜਾ ਆਪਦੀ ਕੰਧ ਨਾ 15 ਇੱਕ ਰਾਤ ਦੇ ਲਈ ਮੇਰਾ ਮੈਟਰਸ ਲਾ ਲਿਆ ਨਾ, ਆਈ ਐਮ ਰੀਅਲੀ ਗ੍ਰੇਟਫੁਲ ਫॉर दैट। ਉਹਨੇ ਲਾਇਆ ਨਹੀਂ ਸੀ ਤਾਂ ਕਰਕੇ ਮੈਂ ਉਹਨੂੰ ਸਰਕਜ਼ਮ ਨਾਲ ਤਾਨਾ ਮਾਰ ਕੇ ਆਂਦਾ ਸੀਗਾ। ਦੈਨ ਫਿਰ ਭਾਈ ਉਹਦੀ ਮੈਂ ਜਿਹੜੀ ਲਾਪਾ ਕਰਕੇ ਆਂਦੀ ਨਾ ਉੱਥੇ, ਓ ਮਾਈ ਗॉड। ਫਿਰ ਮੈਨੂੰ ਕਰੇ ਉਹ ਨਹੀਂ ਤੂੰ ਤਾਂ ਮੇਰੀਆਂ ਛੋਟੀਆਂ ਭੈਣਾਂ ਆ ਰਹੀਆਂ ਫੋਨ ਲਾ ਕੇ। ਮੈਂ ਕਿਹਾ ਨਹੀਂ ਭਾਈ, ਮੈਂ ਛੋਟੀ ਭੈਣ ਦੀ ਤਾਂ ਮੈਨੂੰ ਕਦੇ ਫੀਲਿੰਗ ਹੀ ਨਹੀਂ ਆਈ, ਮੈਂ ਤਾਂ ਰਹੀ ਹਾਂ ਵੱਡੀ ਭੈਣ ਆਲਵੇਜ਼। ਮੇਰੇ ਤਾਂ ਸਾਰੀ ਮੇਰੇ ਤੋਂ ਛੋਟੇ ਆ, ਮੈਂ ਕਿੱਥੇ ਛੋਟੀ ਭੈਣ ਮੈਂ ਛੋਟੀ ਭੈਣ ਨਹੀਂ ਹੋ ਕਿਸੇ ਕੀ, ਐਕਸਕਿਊਜ਼ ਮੀ, ਮੈਂ ਰਿਸ਼ਤੇ ਨਹੀਂ ਜੋੜਦੀ ਕਿਸੇ ਨਾਲ। ਤੇ ਫਿਰ ਭਾਈ ਮੈਂ ਉਹਦੀ ਬਹੁਤ ਇਨਸਲਟ ਕਰਕੇ ਆਂਦੀ ਉੱਥੇ ਪਤਾ, ਐਂਡ ਸ਼ੀ ਯੂਜ਼ ਟੂ ਕਾਲ ਮੀ। ਫਿਰ ਮੈਂ ਕਦੇ ਫੋਨ ਚੱਕਿਆ ਨਹੀਂ ਉਹਦਾ। ਐਂਡ ਮੈਨੂੰ ਲੱਗਦਾ ਕਿ ਤੁਹਾਨੂੰ ਨਾ ਪਹਿਲਾਂ ਯਕੀਨ ਕਰਨਾ ਚਾਹੀਦਾ, ਫਿਰ ਤੁਹਾਨੂੰ ਨਾ ਸਟੈਪ ਲੈਣਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਲਾਈਫ 'ਚ ਹੈ ਨਾ। ਡਜ਼ਨ ਮੈਟਰ ਉਹ ਕੀ ਆ ਤੇ ਪਲੀਜ਼ ਕਿਸੇ ਨੂੰ ਆਪਦੇ ਤੇ ਇੰਨਾ ਹੱਕ ਨਾ ਦਿਓ ਕਿ ਤੁਹਾਨੂੰ ਤੁਹਾਡੇ ਤੇ ਉਹ ਚੜ ਕੇ ਤੁਹਾਡੇ ਸਿਰ ਤੇ ਬੋਲੇ ਹੈ ਨਾ। ਤੁਹਾਡੇ ਮੇਰਾ ਚੜ ਕੇ ਤੋਂ ਭਾਵ ਆ ਕਿ ਤੁਹਾਡੇ ਸਿਰ ਤੇ ਉਹ ਖੜ ਕੇ ਹੈ ਨਾ ਉੱਚੀ ਚੀਕਾਂ ਮਾਰੇ, ਤੇ ਫਿਰ ਤੁਹਾਨੂੰ ਜਿਹੜੇ ਆਲਰੇਡੀ ਇਹਨੇ ਟਰਾਮਾਸ ਹੁੰਦੇ, ਤੁਹਾਨੂੰ ਨਹੀਂ ਚੰਗਾ ਲੱਗਦਾ ਕੋਈ ਤੁਹਾਡੇ ਸਿਰ ਤੇ ਖੜ ਕੇ ਬੋਲੇ, ਤੇ ਫਿਰ ਉਹ ਦੁਬਾਰਾ ਨਾ ਬੈਕ ਹੋਣ। ਤੇ ਫਿਰ ਜਦੋਂ ਤੁਸੀਂ ਫਲੈਸ਼ ਕਰਦੇ ਆ ਨਾ, ਫਲੈਸ਼ ਬੈਕ ਦਿੰਦੇ ਉਹਨਾਂ ਨੂੰ, ਦੈਨ ਸਪਾਰਕਲ ਜਿਹੜੀ ਉਹਨਾਂ ਦੀਆਂ ਫਿਰ ਅੱਖਾਂ 'ਚ ਵੱਜਦੀ ਆ, ਫਿਰ ਉਹਨੂੰ ਯਕੀਨ ਨਹੀਂ ਹੁੰਦਾ ਕਿ ਤੁਸੀਂ ਉਹ ਸੇਮ ਹੀ ਬੰਦੇ ਆ। ਸੋ ਦਿਸ ਵਾਜ਼ ਦ ਸਟੋਰੀ। ਆਈ ਲਵ ਯੂ ਅ ਲੋਟ, ਥੈਂਕ ਯੂ so much for watching it, and I'll be back with the another story, another incident, and thank you so much. Subscribe and follow, share, comment, bye.